ਹਾਲੇਲੂਇਆ। ਸਾਰਿਆਂ ਨੂੰ ਜੈ ਮਸੀਹ ਦੀ। ਮੈਂ ਪ੍ਰਭੂ ਜੀ ਦਾ ਧੰਨਵਾਦ ਕਰਦਾ ਹਾਂ ਜੋ ਪ੍ਰਭੂ ਨੇ ਅੱਜ ਦਾ ਦਿਨ ਮੇਰੇ ਔਰ ਤੁਹਾਡੇ ਜੀਵਨ ਦੇ ਵਿੱਚ ਬਖਸ਼ਿਆ, ਸਾਨੂੰ ਸੰਭਾਲ ਕੇ ਰੱਖਿਆ ਕਿ ਅਸੀਂ ਇੱਕ ਵਾਰ ਫਿਰ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਬੈਠੀਏ। ਆਈਏ ਆਪਣੀ ਅੱਖਾਂ ਨੂੰ ਬੰਦ ਰੱਖੋ, ਆਪਣੇ ਹੱਥਾਂ ਨੂੰ ਉਠਾਓ, ਅੱਜ ਦੇ ਵਚਨ ਦੇ ਲਈ ਪ੍ਰਾਰਥਨਾ ਕਰੋ। ਸਵਰਗੀ ਪਿਤਾ ਪ੍ਰਭੂ ਯਿਸੂ ਜੀ, ਅੱਜ ਦਾ ਵਚਨ ਮੇਰੇ ਜੀਵਨ ਦੇ ਵਿੱਚ ਕੰਮ ਕਰੇ। ਪ੍ਰਭੂ ਮੈਂ ਆਪਣੇ ਹਿਰਦੇ ਨੂੰ ਖੋਲ੍ਹਦਾ ਹਾਂ ਅੱਜ ਦੇ ਵਚਨ ਨੂੰ ਗ੍ਰਹਿਣ ਕਰਨ ਦੇ ਲਈ, ਔਰ ਤੁਹਾਡਾ ਪਵਿੱਤਰ ਆਤਮਾ ਸਾਡੀ ਅਗਵਾਈ ਕਰੇ। ਮੇਰੇ ਪਰਮੇਸ਼ਰ ਜੀ ਦਇਆ ਕਰੋ ਪ੍ਰਭੂ, ਜਿਨ੍ਹਾਂ ਕੰਨਾਂ ਤੇ ਕਰੇ ਆਵਾਜ਼ ਜਾਏ, ਤੁਹਾਡੀ ਪਾਕ ਰੂਹ ਦੀ ਹਜ਼ੂਰੀ ਤੁਹਾਡੇ ਬੱਚਿਆਂ ਨੂੰ ਛੂਏ ਔਰ ਆਜ਼ਾਦ ਕਰੇ। ਪਿਤਾ ਤੁਹਾਡੇ ਵਚਨ ਦੇ ਦੁਆਰਾ ਦਇਆ ਕਰੋ ਔਰ ਵੱਡੀ ਬਰਕਤ ਦਿਓ। ਪ੍ਰਭੂ ਯਿਸੂ ਜੀ ਦੇ ਸਾਮਰਥੀ ਔਰ ਜ਼ਿੰਦਾ ਨਾਮ 'ਚ ਮੰਗਦੇ ਹਾਂ, ਆਮੀਨ। ਹਾਲੇਲੂਇਆ। ਆਈਏ ਜਦੋਂ ਅਸੀਂ ਅੱਜ ਦੇ ਵਚਨ ਨੂੰ ਪੜ੍ਹਦੇ ਹਾਂ, ਲੂਕਾ ਦੀ ਇੰਜੀਲ ਉਹਦਾ 16 ਅਧਿਆਇ ਜਦੋਂ 19 ਆਇਤ ਦੇ ਵਿੱਚ ਅਸੀਂ ਦੇਖਦੇ ਹਾਂ, ਇਸ ਜਗ੍ਹਾ ਤੇ ਦੋ ਜਣਿਆਂ ਦੀ ਗੱਲ ਕੀਤੀ ਗਈ ਹੈ। ਇੱਕ ਕਹਾਣੀ ਆ, ਇੱਕ ਧਨਵਾਨ ਮਨੁੱਖ ਸੀ ਜਿਹੜਾ ਬਹੁਤ ਪੈਸੇ ਵਾਲਾ ਅਮੀਰ ਆਦਮੀ ਸੀ, ਔਰ ਦੂਸਰਾ ਲਾਜ਼ਰ ਸੀ ਜੋ ਕਿ ਭਿਖਾਰੀ ਸੀ। ਹਾਲੇਲੂਇਆ। ਜਦੋਂ ਅਸੀਂ ਇਸ ਕਹਾਣੀ ਨੂੰ ਪੜ੍ਹਦੇ ਹਾਂ, ਇਸ ਵਿੱਚ ਅਸੀਂ ਦੇਖਦੇ ਹਾਂ ਜਿਹੜਾ ਅਮੀਰ ਵਿਅਕਤੀ ਸੀ, ਉਹਦਾ ਜਿਹੜਾ ਖਾਣ ਪੀਣ, ਉਹਦਾ ਰਹਿਣ ਸਹਿਣ, ਉਹ ਵਧੀਆ ਕੱਪੜੇ ਪਾਉਂਦਾ ਸੀ, ਵਧੀਆ ਉਹ ਖਾਂਦਾ ਸੀ। ਔਰ ਜਦੋਂ ਅਸੀਂ ਦੂਸਰੇ ਪਾਸੇ ਲਾਜ਼ਰ ਨੂੰ ਦੇਖਦੇ ਹਾਂ, ਉਹਦੇ ਬੋਡੀ ਦੇ ਉੱਤੇ ਜ਼ਖਮ ਹੋਏ ਸੀ, ਉਹ ਭੀਖ ਮੰਗਦਾ ਸੀ, ਔਰ ਹਰ ਰੋਜ਼ ਇਹ ਆਸ ਦੇ ਵਿੱਚ ਸੀ ਕਿ ਜੋ ਵੀ ਅਮੀਰ ਵਿਅਕਤੀ ਖਾ ਰਿਹਾ ਹੈ, ਜੋ ਵੀ ਉਹਦੇ ਤੋਂ ਗਿਰਦਾ ਹੈ ਉਹਦੇ ਟੇਬਲ ਦੇ ਥੱਲੇ, ਕਹਿੰਦਾ ਉਹਨੂੰ ਆਸ ਹੁੰਦੀ ਸੀ ਕਿ ਮੈਂ ਉਹਨੂੰ ਖਾਊਂਗਾ ਤਾਂ ਆਪਣੇ ਪੇਟ ਨੂੰ ਭਰੂੰਗਾ। ਹਾਲੇਲੂਇਆ। ਔਰ ਉਹਦੇ ਜ਼ਖਮ ਇੰਨੇ ਸੀ ਕਿ ਕੁੱਤੇ ਵੀ ਉਹਨੂੰ ਚੱਟਦੇ ਹੁੰਦੇ ਸੀ ਉਹਦੇ ਜ਼ਖਮਾਂ ਨੂੰ। ਔਰ ਇੱਕ ਸਮਾਂ ਪੈਂਦਾ ਹੈ ਕਿ ਉਹ ਜਿਹੜਾ ਆ ਭਿਖਾਰੀ ਉਹ ਮਰ ਜਾਂਦਾ ਹੈ, ਔਰ ਉਹ ਅਬਰਾਹਮ ਦੀ ਗੋਦ ਵਿੱਚ ਜਾਂਦਾ ਹੈ। ਹਾਲੇਲੂਇਆ। ਔਰ ਕੁਝ ਸਮਾਂ ਪਾ ਕੇ ਜਿਹੜਾ ਅਮੀਰ ਵਿਅਕਤੀ ਆ ਉਹਦੀ ਵੀ ਡੈਥ ਹੋ ਜਾਂਦੀ ਹੈ, ਉਹ ਵੀ ਮਰ ਜਾਂਦਾ ਹੈ, ਔਰ ਉਹ ਨਰਕ ਦੇ ਵਿੱਚ ਜਾਂਦਾ ਹੈ। ਹਾਲੇਲੂਇਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਇਸ ਜਗ੍ਹਾ ਤੇ ਇੱਕ ਭਿਖਾਰੀ ਨਹੀਂ, ਦੋ ਭਿਖਾਰੀਆਂ ਦੀ ਗੱਲ ਹੈ। मैं ਤੁਹਾਨੂੰ ਦੱਸਦਾ ਹਾਂ, ये दो भिखारियों की वास्तविक कहानी है। एक भिखारी संसारिक जीवन में भीख मांगता था और दूसरा भविष्य के जीवन में। हालेलुया। एक ਤਾਂ ਉਹ ਭਿਖਾਰੀ ਸੀ ਲਾਜ਼ਰ ਜਿਹੜਾ ਸੰਸਾਰਿਕ ਜੀਵਨ ਦੇ ਵਿੱਚ ਭੀਖ ਮੰਗਦਾ ਸੀ, ਔਰ ਦੂਸਰਾ ਜਿਹੜਾ ਆ ਉਹ ਭਵਿੱਖ ਦੇ ਜੀਵਨ ਦੇ ਵਿੱਚ। ਮੈਂ ਤੁਹਾਨੂੰ ਦੱਸਦਾ ਹਾਂ, ਜਦੋਂ ਤੁਸੀਂ 24 ਆਇਤ ਨੂੰ ਪੜ੍ਹਦੇ ਹਾਂ, और उसने पुकार कर कहा, हे पिता अब्राहम, मुझ पर दया कर, लाजर को भेज दे ताकि वह अपनी उंगली का सिरा पानी में भिगोकर मेरी जीभ को ठंडी करे, क्योंकि मैं इस ज्वाला में तड़फ रहा हूँ। हालेलुया। ਜਦੋਂ ਅਸੀਂ ਇਸ ਜਗ੍ਹਾ ਤੇ ਦੇਖਦੇ ਹਾਂ, ਉਹ ਵੀ ਇੱਕ ਦਇਆ ਨੂੰ ਮੰਗਦਾ ਪਿਆ ਕਿ ਪਰਮੇਸ਼ਰ ਇੱਕ ਭਿਖਾਰੀ ਦੀ ਤਰ੍ਹਾਂ ਕਿ ਮੇਰੇ ਤੇ ਦਇਆ ਕਰ। ਹਾਲੇਲੂਇਆ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਇਹ ਅਮੀਰ ਵਿਅਕਤੀ ਇਸਨੇ ਕਦੇ ਵੀ ਹੋ ਸਕਦਾ ਹੈ ਕਿ ਲਾਜ਼ਰ ਦੇ ਉੱਤੇ ਉਹ ਕਦੀ ਵੀ ਦਇਆ ਨਾ ਕੀਤੀ ਹੋਵੇ। ਇਹ ਨਾ ਕਿਹਾ ਹੋਵੇ ਕਿ ਲਓ ਵੀ ਜੋ ਜਿਹੜਾ ਬਾਹਰ ਬੈਠਾ ਹੈ ਉਹਨੂੰ ਖਾਣ ਨੂੰ ਦਿੱਤਾ ਜਾਵੇ। ਇਸ ਜਗ੍ਹਾ ਤੇ ਇਸ ਵਚਨ ਦੇ ਵਿੱਚ ਕੋਈ ਜ਼ਿਕਰ ਨਹੀਂ ਕੀਤਾ ਗਿਆ ਕਿ ਉਸਨੇ ਕਦੀ ਉੱਤੇ ਦਇਆ ਨੂੰ ਕੀਤਾ ਹੋਵੇ। ਹਾਲੇਲੂਇਆ। ਔਰ ਜਦੋਂ ਅਸੀਂ ਦੇਖਦੇ ਹਾਂ ਇਹਦੀ 23 ਆਇਤ ਨੂੰ, ਔਰ नरक में उसने पीड़ा में पड़े हुए अपनी आंखें उठाई और दूर से अब्राहम की गोद में लाजर को देखा। ਜਦੋਂ ਅਸੀਂ ਇਸ ਆਇਤ ਨੂੰ ਦੇਖਦੇ ਹਾਂ ਕਿ ਉਸ ਜਗ੍ਹਾ ਤੇ ਵੀ ਇਸ ਅਮੀਰ ਜਿਹੜਾ ਸੀ ਵਿਅਕਤੀ, ਉਹਦੀਆਂ ਅੱਖਾਂ ਸੀ, ਉਹ ਦੇਖ ਰਿਹਾ ਸੀ। ਅਸੀਂ ਜਾਣਦੇ ਹਾਂ ਕਿ ਜਦੋਂ ਮਰਨ ਤੋਂ ਬਾਅਦ ਸਾਡਾ ਸਰੀਰ ਆ ਉਹ ਧਰਤੀ ਤੇ ਰਹਿ ਜਾਂਦਾ ਹੈ, ਔਰ ਜਿਹੜੀ ਸਾਡੀ ਆਤਮਾ ਉਹੀ ਉੱਪਰ ਜਾਂਦੀ ਹੈ। ਇਹ ਪ੍ਰਭੂ ਨੇ ਇਸ ਵਚਨ ਦੇ ਵਿੱਚ ਸਾਨੂੰ ਸਿਖਾਉਣ ਦੇ ਲਈ ਸਾਰਾ ਕੁਝ ਦੱਸਿਆ ਹੈ ਕਿ ਉਸ ਅਮੀਰ ਦੀਆਂ ਅੱਖਾਂ ਵੀ ਆ, ਉਹ ਦੇਖਦਾ ਪਿਆ ਹੈ, ਉਸ ਦੀ ਜੀਭ ਵੀ ਹੈ, ਉਹ ਸੁਣਦਾ ਵੀ ਪਿਆ ਆ। ਅਸੀਂ ਇਸ ਪੂਰੇ ਅਧਿਆਇ ਨੂੰ ਪੜ੍ਹਦੇ ਹਾਂ, ਇਸ ਵਿੱਚ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਕਿ ਅਸੀਂ ਵੀ ਆਪਣੇ ਜੀਵਨ ਦੇ ਵਿੱਚ ਦਇਆ ਨੂੰ ਦਿਖਾਉਣਾ ਚਾਹੀਦਾ ਹੈ, ਔਰ ਦਇਆ ਕਰਨੀ ਵੀ ਚਾਹੀਦੀ ਹੈ। ਹਾਲੇਲੂਇਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਅਸੀਂ ਇਸ ਪੂਰੇ ਅਧਿਆਇ ਨੂੰ ਪੜ੍ਹਦੇ ਹਾਂ, ਸਾਨੂੰ ਇਸ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਜੇਕਰ ਤੁਸੀਂ ਅੱਜ ਇਸ ਵਚਨ ਨੂੰ ਪੜ੍ਹਦੇ ਔਰ ਸੁਣਦੇ ਹੋ, ਔਰ ਜੇਕਰ ਤੁਸੀਂ ਆਪਣੇ ਜੀਵਨ ਦੇ ਵਿੱਚ ਉਹ ਦਇਆ ਨੂੰ ਰਿਲੀਜ਼ ਕਰਦੇ ਹੋ, ਔਰ ਤੁਸੀਂ ਕਹਿ ਸਕਦੇ ਹੋ ਆਪਣੇ ਹੱਥਾਂ ਨੂੰ ਉਠਾਉਂਦੇ ਹੋਏ, ਸਵਰਗੀ ਪਿਤਾ, ਕਿ ਮੈਂ ਚਾਹੁੰਦਾ ਹਾਂ ਕਿ ਮੇਰਾ ਹਿਰਦੇ ਇਸ ਤਰ੍ਹਾਂ ਦਾ ਹੋ ਜਾਏ ਕਿ ਮੈਂ ਵੀ ਕਿਸੇ ਦੇ ਉੱਤੇ ਦਇਆ ਨੂੰ ਕਰ ਸਕਾਂ। ਹਾਲੇਲੂਇਆ। ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ, ਜੇਕਰ ਤੂੰ ਦਇਆ ਕਰਦਾ ਹੈ, ਤੁਹਾਡੇ ਤੇ ਵੀ ਦਇਆ ਕੀਤੀ ਜਾਂਦੀ ਹੈ। ਹਾਲੇਲੂਇਆ।
आइए अपनी अखां नूं बंद रखो, अपने हत्थां नूं उठाओ, अज दे वचन दे लई प्रार्थना करो। स्वर्गीय पिता प्रभु यीशु जी, असीं तुहाडा धन्नवाद करदे अज दे दिन दे लई, जो तुसीं अज दा दिन साडे जीवन दे विच बख्शिया, उस दे लई धन्नवाद मेरे परमेश्वर जी। और पिता, असीं जो पढ़िया है और सुनिया है कि असीं जान चुके हैं मेरे परमेश्वर कि दया साडे जीवन दे विच होनी चाहिदी है मेरे परमेश्वर। पर प्रभु, धनी मनुख सी, उन्हें एक बार भी जिहड़ा लाजर दे उत्ते दया नहीं कीती, और दोबारा उहदे ते भी वो दया नहीं की गई प्रभु तुहाडे द्वारा। और मेरे परमेश्वर, असीं चाहुंदे हां कि प्रभु असीं भी दया नूं करन वाले बणीए और तुहाडी महिमा दे विच अगे वधदे जाइए और ग्रो हुंदे जाइए। स्वर्गीय पिता प्रभु यीशु जी, असीं तुहाडा धन्नवाद करदे इन्हां सुंदर बचनां दे लई। और मेरे परमेश्वर, असीं तुहाडी महिमा दे विच अगे वधदे जाइए और ग्रो हुंदे जाइए। प्रभु धन्नवाद इस सुंदर बचन दे लई। ये तुसीं सानूं सिखाउण दी खातर प्रभु ये वचन नूं प्रभु दिता है अपने पवित्र बाइबल दे विच कि असीं इहनूं पढ़ीए और सीखीए और इस दे मुताबिक चलदे जाइए, तां जो असीं स्वर्ग दे अधिकारी होइए मेरे परमेश्वर। और मेरे जिंदा खुदा, असीं हर प्रतिदिन प्रभु तुहाडे भै दे विच बने रहिए और तुहाडे हुक्मां दे उत्ते चलदे जाइए मेरे सामर्थी परमेश्वर जी। पवित्र आत्मा जी, सानूं गाइड करो, सानूं सिखाओ और असीं तुहाडी महिमा दे विच अगे वधदे जाइए। दया करो और बड़ी बरकत दिओ। सारा आदर, सारी महिमा असीं तुहाडे जिंदा नाम नूं दिंदे हां, प्रभु यीशु जी दे सामर्थी और जिंदा नाम च मंगदे हां, आमीन, हालेलुया। प्रभु तुहानूं बहुत सारी बरकत देवे और तुसीं इस वचन नूं पढ़ के और सुन के होर अगे वधदे जाओ प्रभु दी हजूरी दे विच और ग्रो हुंदे जाओ। सारिआं नूं जय मसीह दी।